ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਜੇ ਐਗਜ਼ਾਮ ਸਟੱਡੀ ਚੰਡੀਗੜ੍ਹ 'ਚ। ਪੰਜਾਬ ਦੀਆਂ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਅਸੀਂ ਜਿਹੜੇ SST ਪੋਲਿਟੀ, ਹਿਸਟਰੀ, ਮਾਡਰਨ ਹਿਸਟਰੀ, ਐਂਸ਼ੀਅੰਟ ਹਿਸਟਰੀ ਦੇ ਜਿਹੜੇ ਟੌਪਿਕ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇ ਐਗਜ਼ਾਮ ਸਟੱਡੀ ਚੰਡੀਗੜ੍ਹ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੇ ਵੱਲੋਂ ਤਿਆਰ ਕੀਤੇ ਨੋਟਸ ਤੁਹਾਡੇ ਤੱਕ ਪਹੁੰਚ ਸਕਣ। ਅੱਜ ਦਾ ਸਾਡਾ ਟੌਪਿਕ ਹੈ ਜੀ ਸਿੰਧੂ ਘਾਟੀ ਸੱਭਿਅਤਾ, ਇੰਡਸ ਵੈਲੀ ਸਿਵਲਾਈਜੇਸ਼ਨ ਵੀ ਜਿਹਨੂੰ ਕਿਹਾ ਜਾਂਦਾ ਹੈ, ਜੋ ਕਿ ਇੱਕ ਹਿਸਟਰੀ ਦੇ ਵਿੱਚ ਬਹੁਤ ਇੰਪੋਰਟੈਂਟ ਮਾਸਟਰ ਕੇਡਰ, UGC, SSSB, ਹੋਰ ਵੀ ਜਿੰਨੇ ਪੰਜਾਬ ਦੇ ਐਗਜ਼ਾਮ ਹੈ ਸਾਰਿਆਂ ਦੇ ਵਿੱਚੋਂ ਇਹਨਾਂ ਟੌਪਿਕਸ 'ਚ ਜਿਹੜੇ ਕੁਐਸਚਨ ਆਉਣ ਦੀ ਸੰਭਾਵਨਾ ਰਹਿੰਦੀ ਹੈ। ਸੋ ਟੌਪ 40 ਜਿਹੜੇ MCQ ਅਸੀਂ ਕਰਾਂਗੇ। ਪਾਰਟ 1 ਹੈ ਜਿਹਦਾ ਪਾਰਟ 2 ਵੀ ਅੱਗੇ ਲੈ ਕੇ ਆਵਾਂਗੇ। ਲਗਭਗ 100 ਦੇ ਕਰੀਬ ਹੈ ਜਿਹੜੇ ਕੁਐਸਚਨ ਅਸੀਂ ਸਿੰਧੂ ਘਾਟੀ ਸੱਭਿਅਤਾ ਦੇ ਵਿੱਚੋਂ ਤੁਹਾਡੇ ਲਈ ਲੈ ਕੇ ਆਵਾਂਗੇ, ਜਿਹੜੇ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਕੁਐਸਚਨ ਨੰਬਰ 1 ਹੈ ਜੀ, ਸਿੰਧੂ ਘਾਟੀ ਸੱਭਿਅਤਾ ਕਿੰਨੇ ਖੇਤਰ ਵਿੱਚ ਫੈਲੀ ਹੋਈ ਸੀ? ਸਿੰਧੂ ਘਾਟੀ ਸੱਭਿਅਤਾ ਜਿਹੜੀ ਉਹ ਲਗਭਗ 13 ਲੱਖ ਕਿਲੋਮੀਟਰ 'ਚ ਫੈਲੀ ਹੋਈ ਸੀ। ਅਗਲਾ ਕੁਐਸਚਨ ਹੈ ਜੀ, ਸਿੰਧ ਘਾਟੀ ਦੇ ਸ਼ਹਿਰ ਕਿੰਨੇ ਭਾਗਾਂ ਵਿੱਚ ਵੰਡੇ ਹੁੰਦੇ ਸਨ? ਜਿਹੜੀ ਸਿੰਧੂ ਘਾਟੀ ਸੱਭਿਅਤਾ ਬਹੁਤ ਹੀ ਜ਼ਿਆਦਾ ਸਿਵਲਾਈਜ਼ਡ, ਬਹੁਤ ਜ਼ਿਆਦਾ ਅਰਬਨ ਜਿਹੜੀ ਸੱਭਿਅਤਾ, ਸ਼ਹਿਰੀ ਮੰਨੀ ਜਾਂਦੀ ਸੀ। ਸੋ ਇਹ ਕੁਐਸਚਨ ਦਾ ਆਨਸਰ ਹੈ ਜੀ, 2 ਭਾਗਾਂ 'ਚ ਜਿਹੜੇ ਇਹਨਾਂ ਦੇ ਸ਼ਹਿਰ ਵੰਡੇ ਸੀ, ਸਿਟਾਡੇਲ ਉੱਚਾ ਪਾਸਾ ਅਤੇ ਨੀਵਾਂ ਨਗਰ। 2 ਭਾਗ ਸੀ, ਸਿਟਾਡੇਲ ਅਤੇ ਨੀਵਾਂ ਨਗਰ। ਇਹ ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ ਐਗਜ਼ਾਮ ਦੀ ਨਜ਼ਰ ਤੋਂ। ਜਿਵੇਂ ਕਿ ਸਿੰਧੂ ਘਾਟੀ ਦੇ ਉੱਚੇ ਸਾਈਡ ਨੂੰ ਕੀ ਕਿਹਾ ਜਾਂਦਾ ਸੀ? ਸਿਟਾਡੇਲ। ਇਹੋ ਜਿਹੇ ਕੁਐਸਚਨ ਆ ਸਕਦੇ ਹਨ। ਸਿੰਧ ਘਾਟੀ ਸੱਭਿਅਤਾ ਦਾ ਕਿਹੜਾ ਸ਼ਹਿਰ 3 ਭਾਗਾਂ ਵਿੱਚ ਵੰਡਿਆ ਹੋਇਆ ਸੀ? ਰਾਈਟ ਆਨਸਰ ਹੈ ਜੀ ਧੌਲਵੀਰਾ। ਸਿੰਧੂ ਘਾਟੀ ਸੱਭਿਅਤਾ, ਹੜੱਪਾ ਸੱਭਿਅਤਾ ਵੀ ਕਿਹਾ ਜਾਂਦਾ। ਇਹਦੇ ਅਲੱਗ-ਅਲੱਗ ਸਟੇਸ਼ਨ ਸੀ, ਅਲੱਗ-ਅਲੱਗ ਜਿਹੜੇ ਸ਼ਹਿਰ ਸੀ, ਜਿਵੇਂ ਧੌਲਵੀਰਾ, ਮੋਹਿੰਜੋਦੜੋ, ਕਾਲੀਬੰਗਾ, ਪੀਲੀਬੰਗਾ, ਇਹਨਾਂ ਦੀਆਂ ਖੋਜਾਂ ਹੋਈਆਂ। ਇਹਨਾਂ ਸ਼ਹਿਰਾਂ ਦੇ ਅਲੱਗ-ਅਲੱਗ ਇਹਨਾਂ ਦੀ ਇੰਡਸਟਰੀ ਸੀ, ਅਲੱਗ-ਅਲੱਗ ਤਰ੍ਹਾਂ ਦੇ ਕੇਂਦਰ ਸੀ, ਅਲੱਗ-ਅਲੱਗ ਤਰ੍ਹਾਂ ਦਾ ਸਮਾਨ ਮਿਲਿਆ। ਉਹ ਸਾਰਾ ਤੁਹਾਨੂੰ ਆਉਣ ਵਾਲੇ ਟੌਪਿਕਸ 'ਚ ਅਸੀਂ ਸਮਝਾਵਾਂਗੇ। ਸਿੰਧ ਘਾਟੀ ਦੀ ਸੱਭਿਅਤਾ ਦੀ ਖੋਜ ਕਿਸ ਨੇ ਕੀਤੀ? ਤਾਂ ਦਇਆ ਰਾਮ ਸਾਹਨੀ ਨੇ ਸਿੰਧ ਘਾਟੀ ਸੱਭਿਅਤਾ ਦੀ ਖੋਜ ਕੀਤੀ ਸੀ। ਨੈਕਸਟ ਕੁਐਸਚਨ ਨੰਬਰ 5 ਹੈ ਜੀ, ਸਿੰਧ ਘਾਟੀ ਦੀ ਸੱਭਿਅਤਾ ਦਾ ਪਹਿਲਾ ਖੋਜਿਆ ਗਿਆ ਸਥਾਨ ਕਿਹੜਾ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਹੜੱਪਾ। ਸਿੰਧੂ ਘਾਟੀ ਸਭ ਤੋਂ ਪਹਿਲਾਂ ਜਿਹੜਾ ਸਥਾਨ ਖੋਜਿਆ ਗਿਆ ਸੀ, ਹੜੱਪਾ। ਕੁਐਸਚਨ ਨੰਬਰ 6 ਹੈ ਜੀ, ਹੜੱਪਾ ਦੀ ਖੋਜ ਕਦੋਂ ਹੋਈ? 1921। ਹੜੱਪਾ ਦੀ ਖੋਜ ਜਿਹੜੀ 1921 ਵਿੱਚ ਹੋਈ ਸੀ। ਸਿੰਧ ਘਾਟੀ ਦੀ ਸੱਭਿਅਤਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਹੜੱਪਾ ਸੱਭਿਅਤਾ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਹੜੱਪਾ ਸੱਭਿਅਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਿੰਧ ਘਾਟੀ ਦੀ ਸੱਭਿਅਤਾ ਕਿਸ ਯੁੱਗ ਦੀ ਸੱਭਿਅਤਾ ਸੀ? ਸੋ ਰਾਈਟ ਆਨਸਰ ਹੈ ਜੀ, ਜਦੋਂ ਮੈਂ ਕੁਐਸਚਨ ਪੁੱਛਦਾ ਤੁਸੀਂ ਆਪਦੇ ਮਾਈਂਡ 'ਚ ਉਸ ਦਾ ਆਨਸਰ ਸੋਚਣ ਦੀ ਕੋਸ਼ਿਸ਼ ਕਰਿਆ ਕਰੋ, ਤਾਂ ਮੈਂ 1-2 ਸੈਕਿੰਡ ਬਾਅਦ ਜਿਹੜਾ ਉਹਦਾ ਆਨਸਰ ਦਿੰਦਾ ਹਾਂ। ਕਾਂਸੀ ਯੁੱਗ ਦੀ ਜਿਹੜੀ ਸੱਭਿਅਤਾ ਮੰਨੀ ਜਾਂਦੀ ਹੈ। ਕੁਐਸਚਨ ਨੰਬਰ 9 ਜੀ, ਮੋਹਨਜੋਦੜੋ ਦੀ ਖੋਜ ਕਦੋਂ ਹੋਈ? ਰਾਈਟ ਆਨਸਰ ਹੈ ਜੀ 1922। ਜ਼ਿਆਦਾਤਰ ਇਤਿਹਾਸਕਾਰ ਸਿੰਧੂ ਘਾਟੀ ਸੱਭਿਅਤਾ ਦਾ ਕਾਲ ਕੀ ਮੰਨਿਆ ਜਾਂਦਾ ਹੈ? ਜਿਹੜਾ ਇਹਦਾ ਕਾਲ ਸਾਲਾਂ ਦੇ ਵਿੱਚ ਕਿਹੜੇ ਸਾਲ ਦੇ ਵਿੱਚ ਸੀ? ਇਹ 2250 ਤੋਂ 1750 ਈਸਵੀ ਪੂਰਵ ਦੇ ਵਿੱਚ ਇਹ ਮੰਨਿਆ ਜਾਂਦਾ ਹੈ। ਕੁਐਸਚਨ ਨੰਬਰ 11 ਜੀ, ਸਿੰਧ ਘਾਟੀ ਦੀ ਸੱਭਿਅਤਾ ਦਾ ਦੂਜਾ ਖੋਜਿਆ ਗਿਆ ਸਥਾਨ ਕਿਹੜਾ ਸੀ? ਪਹਿਲਾ ਅਸੀਂ ਪੜ੍ਹ ਲਿਆ ਹੜੱਪਾ, ਦੂਜਾ ਸਥਾਨ ਹੈ ਜੀ ਮੋਹਨਜੋਦੜੋ। ਮੋਹਨਜੋਦੜੋ ਹੈ ਜਿਹੜਾ ਦੂਜੇ ਨੰਬਰ 'ਤੇ ਖੋਜਿਆ ਗਿਆ ਸਥਾਨ ਸੀ। ਮੋਹਨਜੋਦੜੋ ਦਾ ਅਰਥ ਕੀ ਹੁੰਦਾ ਹੈ? ਇਹ ਕੁਐਸਚਨ ਹੈ ਜਿਹੜਾ ਜੀ ਕਾਫੀ ਪੇਪਰਾਂ ਦੇ ਵਿੱਚ, ਕਾਫੀ ਐਗਜ਼ਾਮਸ ਦੇ ਵਿੱਚ, ਮਾਸਟਰ ਕੈਡਰ ਦੇ ਵਿੱਚ ਵੀ ਆ ਚੁੱਕਿਆ ਹੈ ਕਾਫੀ ਵਾਰ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ। ਮੋਹਨਜੋਦੜੋ ਦਾ ਅਰਥ ਹੁੰਦਾ ਹੈ ਮੁਰਦਿਆਂ ਦਾ ਟਿੱਲਾ, ਜਾਂ ਟਿੱਲਾ ਮੁਰਦਿਆਂ ਦਾ। ਮੋਹਨਜੋਦੜੋ ਨਗਰ ਦੀਆਂ ਕਿੰਨੀਆਂ ਤਹਿਆਂ ਮਿਲੀਆਂ ਹਨ? 7 ਤਹਿਆਂ ਮਿਲੀਆਂ ਹਨ ਮੋਹਨਜੋਦੜੋ ਨਗਰ ਦੀਆਂ। ਕੁਐਸਚਨ ਨੰਬਰ 14 ਜੀ, ਮੋਹਨਜੋਦੜੋ ਦੀ ਖੋਜ ਕਿਸ ਨੇ ਕੀਤੀ? ਜੋ ਕਿ ਦੂਜੇ ਨੰਬਰ 'ਤੇ ਖੋਜਿਆ ਗਿਆ ਸੀ। ਮੋਹਨਜੋਦੜੋ ਦੀ ਖੋਜ RD ਬੈਨਰਜੀ ਨੇ ਕੀਤੀ। M ਤੇ ਮੋਹਨਜੋਦੜੋ ਹੈ ਜੀ, MRD। ਸ਼ਾਰਟਕੱਟ ਜਿਹੜੇ ਇਹਨਾਂ ਦੇ ਯਾਦ ਕਰਨ ਦੇ ਬਣ ਸਕਦੇ ਜੀ, MRD। ਕੁਐਸਚਨ ਨੰਬਰ 15 ਜੀ, ਸਿੰਧ ਘਾਟੀ ਦੀ ਸੱਭਿਅਤਾ ਕਿੰਨੀ ਪੁਰਾਣੀ ਹੈ? ਲਗਭਗ 5000 ਸਾਲ ਪੁਰਾਣੀ ਜਿਹੜੀ ਸਿੰਧੂ ਘਾਟੀ, ਕਿਉਂਕਿ 2250 ਤੋਂ ਸੀ ਇਹਦੀ ਜੇ ਸ਼ੁਰੂਆਤ ਮੰਨੀਏ ਤਾਂ ਹੁਣ 2021 ਚੱਲਦਾ ਹੈ, ਤਾਂ ਲਗਭਗ 5000 ਦੇ ਜਿਹੜੇ ਇਹ ਸਾਲ ਬਣ ਜਾਂਦੇ ਆ। ਹੜੱਪਾ ਕਿਹੜੀ ਨਦੀ ਦੇ ਕੰਢੇ 'ਤੇ ਸਥਿਤ ਹੈ? ਤਾਂ ਰਾਵੀ ਨਦੀ ਦੇ। ਜਿਹੜੀਆਂ ਮੋਸਟ ਦੀਆਂ ਲੋਕੇਸ਼ਨਾਂ ਸਿੰਧ ਘਾਟੀ ਸੱਭਿਅਤਾ ਦੀਆਂ ਉਹ ਰਾਵੀ ਨਦੀ ਦੇ ਕੰਢੇ 'ਤੇ ਮਿਲਦੀਆਂ ਹਨ।
ਸਿੰਧ ਘਾਟੀ ਦੀ ਸੱਭਿਅਤਾ ਦੇ ਨਗਰਾਂ ਵਿੱਚ ਸਭ ਤੋਂ ਵਿਸ਼ਾਲ ਨਗਰ ਕਿਹੜਾ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਇਹ। ਜਿਹੜਾ ਸਭ ਤੋਂ ਵਿਸ਼ਾਲ ਨਗਰ ਕਿਹੜਾ ਸੀ? ਸੋ ਇਹਦਾ ਰਾਈਟ ਆਨਸਰ ਹੈ ਜੀ ਹੜੱਪਾ। ਹੜੱਪਾ ਜਿਹੜਾ ਉਹ ਸਭ ਤੋਂ ਵਿਸ਼ਾਲ ਨਗਰ ਜਿਹੜਾ ਮੰਨਿਆ ਜਾਂਦਾ ਹੈ। ਹੜੱਪਾ ਨਗਰ ਦਾ ਘੇਰਾ ਕਿੰਨਾ ਸੀ? ਲਗਭਗ 5 ਕਿਲੋਮੀਟਰ ਇਹਦਾ ਘੇਰਾ ਸੀ। ਹੜੱਪਾ ਵਿਖੇ ਕਿਹੜੀਆਂ ਚੀਜ਼ਾਂ ਪ੍ਰਾਪਤ ਹੋਈਆਂ? ਅਨਾਜ ਗੋਦਾਮ ਜਿਹੜਾ ਸਭ ਤੋਂ ਇੰਪੋਰਟੈਂਟ ਸੀ, ਪਰ ਇਹਦੇ ਵਿੱਚ ਹੋਰ ਵੀ ਬੜੀਆਂ ਚੀਜ਼ਾਂ ਪ੍ਰਾਪਤ ਹੋਈਆਂ ਸੀ। ਬਹੁਤ ਲੰਬੀ ਲਿਸਟ ਹੈ ਜੀ। ਪਾਰਟ 2 ਦੇ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਲੈ ਕੇ ਆਵਾਂਗੇ। ਹਾਲੇ ਅਸੀਂ ਬੇਸਿਕ ਕੁਐਸਚਨ ਹੈ ਜਿਹੜੇ, ਪਰ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੇਪਰਾਂ ਦੇ ਵਿੱਚ ਆ ਚੁੱਕੇ ਹੈ। ਕੁਐਸਚਨ ਨੰਬਰ 20 ਹੈ ਜੀ, ਮੋਹਨਜੋਦੜੋ ਕਿੰਨੀ ਵਾਰ ਵਸਿਆ ਤੇ ਉਜੜਿਆ? 7 ਵਾਰ। 7 ਦੇਖੋ ਪਹਿਲਾਂ ਆਪਾਂ ਤੈਅ ਪੜ੍ਹੀਆਂ ਇਹਨਾਂ ਦੀਆਂ, ਤੇ 7 ਵਾਰੀ ਉਜੜਿਆ ਤੇ ਬਣਿਆ। ਕੁਐਸਚਨ ਨੰਬਰ 21 ਜੀ, ਮੋਹਨਜੋਦੜੋ ਵਿਖੇ ਕਿਹੜੀਆਂ ਚੀਜ਼ਾਂ ਪ੍ਰਾਪਤ ਹੋਈਆਂ? ਵਿਸ਼ਾਲ ਇਸ਼ਨਾਨ ਘਰ, ਨਰਤਕੀ ਦੀ ਮੂਰਤੀ, ਅਨਾਜ ਗੋਦਾਮ ਤੇ ਮੋਹਰਾਂ। ਇਹ ਚੀਜ਼ਾਂ ਮੋਹਨਜੋਦੜੋ ਵਿੱਚ ਇੰਪੋਰਟੈਂਟ ਤੌਰ ਤੇ ਪ੍ਰਾਪਤ ਹੋਈਆਂ। ਵਿਸ਼ਾਲ ਇਸ਼ਨਾਨ ਘਰ ਕਿੱਥੇ ਪ੍ਰਾਪਤ ਹੋਇਆ ਸੀ? ਨਰਤਕੀ ਦੀ ਮੂਰਤੀ ਕਿੱਥੇ ਪ੍ਰਾਪਤ ਹੋਈ? ਇੱਕ ਇੱਕ ਕੁਐਸਚਨ ਇਹਨਾਂ ਚੋਂ ਬਣਦਾ ਹੈ। ਵਿਸ਼ਾਲ ਇਸ਼ਨਾਨ ਘਰ ਦਾ ਆਕਾਰ ਕੀ ਸੀ? ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। 180 ਫੁੱਟ ਲੰਮਾ, 108 ਫੁੱਟ ਚੌੜਾ। ਸੋ ਲਗਭਗ ਉਹ ਸੇਮ ਜੇ ਡਿਜਿਟ ਹੈ, ਧਿਆਨ ਨਾਲ। 180 ਫੁੱਟ ਲੰਮਾ ਤੇ 108 ਫੁੱਟ ਚੌੜਾ। ਕੁਐਸਚਨ ਨੰਬਰ 23 ਜੀ, ਵਿਸ਼ਾਲ ਇਸ਼ਨਾਨ ਘਰ ਦੇ ਅੰਦਰ ਬਣੇ ਤਲਾਅ ਦਾ ਆਕਾਰ ਕੀ ਸੀ? 39 ਫੁੱਟ ਲੰਮਾ, 23 ਫੁੱਟ ਚੌੜਾ ਤੇ 8 ਫੁੱਟ ਡੂੰਘਾ। ਲੰਬਾਈ, ਚੌੜਾਈ, ਉਚਾਈ ਅਸੀਂ ਦੇਖਦੇ ਹਾਂ ਤਾਂ ਮੋਸਟਲੀ ਲੰਬਾਈ ਜਿਹੜੀ ਜ਼ਿਆਦਾ ਹੁੰਦੀ, ਚੌੜਾਈ ਉਸ ਤੋਂ ਘੱਟ ਹੁੰਦੀ, ਤੇ ਡੂੰਘਾਈ ਜਿਹੜੀ ਉਚਾਈ ਉਸ ਤੋਂ ਘੱਟ ਹੁੰਦੀ ਜ਼ਿਆਦਾਤਰ, ਜਾਂ ਹਮੇਸ਼ਾ ਨਹੀਂ। ਸੋ ਇਹ ਯਾਦ ਕਰਨਾ ਸੌਖਾ ਹੋ ਜੂ ਤੁਹਾਨੂੰ। 39, 23 ਤੇ 8 ਫੁੱਟ। ਚਹੁੰਦੜੋ ਦੀ ਖੋਜ ਕਦੋਂ ਕੀਤੀ ਗਈ? 1931। 10 ਸਾਲ ਬਾਅਦ ਜਦੋਂ ਸੱਭਿਅਤਾ ਦੀ ਖੋਜ ਸ਼ੁਰੂ ਹੋਈ, ਉਸ ਤੋਂ 10 ਸਾਲ ਬਾਅਦ ਇੱਕ ਯਾਦ ਕਰਨ ਦਾ ਤਰੀਕਾ ਜੀ, ਚਹੁੰਦੜੋ ਦੀ ਖੋਜ ਹੋਈ। ਚਹੁੰਦੜੋ ਦੀ ਖੋਜ ਕਿਸ ਨੇ ਕੀਤੀ? NC ਮਜੂਮਦਾਰ। ਲੈਫਟ ਬੈਂਕ ਆਫ ਰਿਵਰ ਇੰਡਸ। ਇੰਡਸ ਰਿਵਰ ਹੈ ਜਿਹੜੀ ਸਿੰਧ ਨਦੀ ਦੇ ਖੱਬੇ ਪਾਸੇ ਵਾਲੇ ਕਿਨਾਰੇ ਤੇ। ਟੂ ਦਾ ਸਾਊਥ ਆਫ ਮੋਹਨਜੋਦੜੋ। ਮੋਹਨਜੋਦੜੋ ਦੀ ਦੱਖਣ ਦੀ ਦਿਸ਼ਾ ਵਿੱਚ NG ਮਜੂਮਦਾਰ ਨੇ ਜਿਹੜੀ ਚਹੁੰਦੜੋ ਦੀ ਖੋਜ ਕੀਤੀ ਸੀ। ਚੁਨਹੁਦੜੋ ਦੇਖੋ, ਇਹਦੇ ਲਈ ਬਹੁਤ ਵਧੀਆ ਸ਼ਾਰਟਕਟ ਬਣਦਾ ਜੀ। ਚੁਨਹੁਦੜੋ ਸੀ। NG ਮਜੂਮਦਾਰ। CNG ਦੇਖੋ ਗੈਸ ਅੱਜ ਕੱਲ੍ਹ ਜਿਹੜੀ ਭਰੀ ਜਾਂਦੀ ਹੈ ਮੋਸਟਲੀ ਵਹੀਕਲ 'ਚ। ਸੋ ਚੁਨਹੁਦੜੋ ਦੀ ਖੋਜ NG ਮਜੂਮਦਾਰ ਨੇ ਕੀਤੀ ਸੀ। ਚੰਦੜੋ ਦੀ ਕਿੰਨੀ ਵਾਰ ਵਸਿਆ ਤੇ ਤਬਾਹ ਹੋਇਆ? ਇਹ 2 ਵਾਰ। ਇਹ ਜਿਹੜਾ ਸ਼ਹਿਰ 2 ਵਾਰ ਵਸਿਆ ਤੇ ਤਬਾਹ ਹੋਇਆ। ਚੁਨਹੁਦੜੋ ਕਿਸ ਗੱਲ ਲਈ ਪ੍ਰਸਿੱਧ ਸੀ? ਮਣਕੇ ਬਣਾਉਣ ਲਈ। ਸੋ ਹਰ ਸ਼ਹਿਰ ਦੀ ਤੁਹਾਨੂੰ ਦੱਸਿਆ ਇੱਕ ਸਪੈਸ਼ਲਾਈਜੇਸ਼ਨ ਸੀ, ਉਹ ਵੀ ਸਾਨੂੰ ਯਾਦ ਕਰਨੀ ਜਿੰਦੀ। ਇਹਦੇ 'ਚ ਮੋਸਟ ਇੰਪੋਰਟੈਂਟ ਜਿਹੜੀਆਂ ਸਾਈਟਾਂ ਸੀ ਉਹ 8 ਕੁ ਹੈਗੀਆਂ ਇਹਦੇ 'ਚ। ਉਹਨਾਂ ਦੇ ਵਿੱਚ ਪ੍ਰਸਿੱਧੀ ਹਰੇਕ ਦੀ ਸੀ, ਉਹ ਸਾਨੂੰ ਯਾਦ ਕਰਨੀਆਂ ਪੈਣੀਆਂ। ਕਾਲੀਬੰਗਾ ਕਿੱਥੇ ਸਥਿਤ ਹੈ ਜੀ? ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਵਿਖੇ ਘੱਗਰ ਨਦੀ ਦੇ ਕੰਢੇ ਤੇ ਕਾਲੀਬੰਗਾ ਜਿਹੜਾ ਸਥਿਤ ਹੈ, ਜੋ ਕਿ ਇੱਕ ਬਹੁਤ ਇੰਪੋਰਟੈਂਟ ਪਾਰਟ ਵੀ ਇਸ ਵੈਲੀ ਦਾ। ਕਾਲੀਬੰਗਾ ਕਿਹੜੀ ਚੀਜ਼ ਕਰਕੇ ਪ੍ਰਸਿੱਧ ਸੀ? ਕਾਲੀਆਂ ਚੂੜੀਆਂ ਕਰਕੇ। ਕਾਲੀਬੰਗਾ ਦੀ ਖੋਜ ਕਦੋਂ ਕੀਤੀ ਗਈ? 1953, ਜੋ ਕਿ ਬਹੁਤ ਜ਼ਿਆਦਾ, ਜਦੋਂ ਸਾਡੀ ਸਿੰਧ ਘਾਟੀ ਸੱਭਿਅਤਾ ਦੀ ਖੋਜ ਸ਼ੁਰੂ ਹੋਈ ਉਸ ਤੋਂ ਬਹੁਤ ਜ਼ਿਆਦਾ ਅੱਗੇ ਜਾ ਕੇ ਜਿਹੜੀ ਕਾਲੀਬੰਗਾ ਦੀ ਖੋਜ ਹੁੰਦੀ ਹੈ। ਲੋਥਲ ਕਿੱਥੇ ਸਥਿਤ ਹੈ ਜੀ? ਗੁਜਰਾਤ ਵਿੱਚ ਗਲਫ ਆਫ ਕੈਂਬੇ। ਗਲਫ ਆਫ ਕੈਂਬੇ ਦੇ ਕਿਨਾਰੇ ਤੇ ਗੁਜਰਾਤ ਵਿੱਚ ਲੋਥਲ ਸਥਿਤ ਹੈ। ਲੋਥਲ ਨਗਰ ਕਿਉਂ ਪ੍ਰਸਿੱਧ ਸੀ? ਦੇਖੋ ਹਰੇਕ ਸਾਈਟ ਦਾ ਕਿਹੜੇ ਸਟੇਟ ਜਾਂ ਕੰਟਰੀ 'ਚ ਹੈ, ਕਿਹੜੀ ਨਦੀ ਦੇ ਕੰਢੇ ਤੇ ਹੈ, ਤੇ ਕਿਸ ਚੀਜ਼ ਲਈ ਪ੍ਰਸਿੱਧ ਸੀ। ਇਹ 3 ਚੀਜ਼ਾਂ ਤੁਹਾਨੂੰ ਹਰੇਕ ਸਾਈਟ ਦੇ ਲਈ ਯਾਦ ਕਰਨੀਆਂ ਪੈਣਗੀਆਂ। ਵੱਡੀ ਬੰਦਰਗਾਹ ਕਾਰਨ। ਹੋਰ ਵੀ ਚੀਜ਼ਾਂ ਇੱਥੇ ਬੜੀਆਂ ਇੰਪੋਰਟੈਂਟ ਜਿਹੜੀਆਂ ਪ੍ਰਸਿੱਧ ਸੀ, ਪਰ ਸਭ ਤੋਂ ਜ਼ਿਆਦਾ ਪ੍ਰਸਿੱਧ ਸੀ ਬੰਦਰਗਾਹ। ਸੰਘੋਲ ਕਿੱਥੇ ਸਥਿਤ ਹੈ ਜੀ? ਸੰਘੋਲ ਸਾਡੇ ਪੰਜਾਬ ਵਿੱਚ ਹੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਹੈ। ਸੋ ਕੁਐਸਚਨ ਨੰਬਰ 34, ਸਿੰਧ ਘਾਟੀ ਦੀਆਂ ਸੜਕਾਂ ਦੀ ਚੌੜਾਈ ਕਿੰਨੀ ਹੁੰਦੀ ਸੀ? ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਇੰਡਸ ਸਿਵਲਾਈਜੇਸ਼ਨ ਹੈ ਜਿਹੜੀ ਸਿੰਧੂ ਘਾਟੀ ਸੱਭਿਅਤਾ, ਉਹ ਇੱਕ ਅਰਬਨ ਸੱਭਿਅਤਾ, ਸ਼ਹਿਰੀ ਸੱਭਿਅਤਾ ਮੰਨੀ ਜਾਂਦੀ ਹੈ। ਸੋ ਇੱਥੇ ਸੜਕਾਂ ਵੀ ਬਣੀਆਂ ਹੋਈਆਂ ਸੀ। ਜਿਹੜਾ ਪੂਰਾ ਸਟਰਕਚਰ, ਪੂਰਾ ਆਰਕੀਟੈਕਟ ਸੀ, ਉਹ ਸਾਰਾ ਸ਼ਹਿਰੀ ਸੀਗਾ। ਸੋ ਸਿੰਧ ਘਾਟੀ ਸੜਕਾਂ ਦੀ ਚੌੜਾਈ ਕਿੰਨੀ ਹੁੰਦੀ ਸੀ? 13 ਫੁੱਟ ਤੋਂ 34 ਫੁੱਟ ਤੱਕ ਅਲੱਗ-ਅਲੱਗ ਲੋਕੇਸ਼ਨ ਦੇ ਹਿਸਾਬ ਨਾਲ ਇਹਨਾਂ ਦੀ ਚੌੜਾਈ ਸੀ। ਕੁਐਸਚਨ ਨੰਬਰ 35 ਜੀ, ਸਿੰਧ ਘਾਟੀ ਦੇ ਲੋਕਾਂ ਦਾ ਮੁੱਖ ਹਥਿਆਰ ਕਿਹੜੇ ਸਨ? ਤਲਵਾਰਾਂ, ਬਰਛੇ, ਤੀਰ, ਕੁਹਾੜੀ, ਚਾਕੂ ਆਦਿ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਲੋਹੇ ਤੋਂ ਲਗਭਗ ਬਣਦੀਆਂ, ਸੋ ਇਹਨਾਂ ਦੇ ਮੁੱਖ ਹਥਿਆਰ ਸੀ। ਕੁਐਸਚਨ ਨੰਬਰ 36 ਹੈ ਜੀ, ਸਿੰਧ ਘਾਟੀ ਦੇ ਹਥਿਆਰ ਕਿਸ ਧਾਤ ਦੇ ਬਣੇ ਹੁੰਦੇ ਸਨ? ਤਾਂਬੇ ਜਾਂ ਕਾਂਸੇ ਦੇ। ਬਹੁਤ ਇੰਪੋਰਟੈਂਟ ਚੀਜ਼ ਹੈ ਜੀ। ਕਿਸ ਧਾਤ ਦੀ ਵਰਤੋਂ ਉਸ ਟਾਈਮ ਤੇ ਵਧੇਰੇ ਹੁੰਦੀ ਸੀ? ਸਿੰਧ ਘਾਟੀ ਦੇ ਲੋਕਾਂ ਦਾ ਮੁੱਖ ਧੰਦਾ ਕੀ ਸੀ? ਖੇਤੀਬਾੜੀ। ਕੁਐਸਚਨ ਨੰਬਰ 37,
ਸਿੰਧ ਘਾਟੀ ਦੇ ਲੋਕ ਮੁੱਖ ਤੌਰ ਤੇ ਖੇਤੀਬਾੜੀ ਕਰਦੇ ਸੀ। ਖੇਤੀਬਾੜੀ ਦੇ ਸੰਦ ਕਿਸ ਵਸਤੂ ਤੋਂ ਬਣਾਏ ਜਾਂਦੇ ਸਨ? ਲੱਕੜ ਦੇ। ਖੇਤੀਬਾੜੀ ਦੇ ਸੰਦ ਸੀ ਉਹ ਜਿਹੜੇ ਲੱਕੜ ਦੇ ਬਣਾਏ ਜਾਂਦੇ ਸੀ। ਜਿਹੜੇ ਹਥਿਆਰ ਸੀ ਉਹ ਜ਼ਿਆਦਾਤਰ ਲੋਹੇ ਦੇ ਬਣੇ ਹੁੰਦੇ ਸੀ। ਸਿੰਧ ਘਾਟੀ ਦੇ ਲੋਕਾਂ ਦੀਆਂ ਮੁੱਖ ਫਸਲਾਂ ਕਿਹੜੀਆਂ ਸਨ? ਕਣਕ ਅਤੇ ਜੌਂ ਜਿਹੜੀਆਂ ਇਹਨਾਂ ਦੇ ਮੁੱਖ ਤੌਰ ਤੇ ਫਸਲਾਂ ਸੀ। ਸਿੰਧ ਘਾਟੀ ਦੇ ਲੋਕ ਹੋਰ ਕਿਹੜੀਆਂ ਫਸਲਾਂ ਉਗਾਉਂਦੇ ਸਨ? ਕਣਕ ਤੇ ਜੌਂ ਤਾਂ ਮੇਨ ਉਹਨਾਂ ਦੀ ਖਾਣ ਦੀਆਂ ਫਸਲਾਂ ਸੀ। ਇਸ ਤੋਂ ਬਿਨਾਂ ਉਹ ਚੌਲ, ਨਾਰੀਅਲ, ਖਜੂਰ ਅਤੇ ਸਬਜ਼ੀਆਂ ਆਦਿ ਬੀਜਦੇ ਸਨ। ਸਬਜ਼ੀਆਂ ਆਉਣਾ ਜੀ ਇੱਥੇ। ਸੋ ਥੈਂਕ ਯੂ ਜੀ ਤੁਹਾਡਾ। ਸਬਸਕ੍ਰਾਈਬ ਕਰਿਓ ਚੈਨਲ JJ ਐਗਜ਼ਾਮ ਸਟੱਡੀ ਚੰਡੀਗੜ੍ਹ ਨੂੰ ਅਤੇ ਮੈਸੇਜ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਇਹਦੇ ਵਿੱਚ ਅਸੀਂ ਪਾਰਟ 2 ਲੈ ਕੇ ਆਵਾਂਗੇ। ਸੋ ਟੋਟਲ ਅਸੀਂ ਸਿੰਧ ਘਾਟੀ ਸੱਭਿਅਤਾ ਦੇ ਜਿਹੜਾ ਇਹ ਲੈਵਲ ਸੀ ਥੋੜ੍ਹਾ ਈਜ਼ੀ ਸੀ। ਇਸ ਤੋਂ ਅੱਗੇ ਟਫ ਲੈਵਲ ਦੇ ਕੁਐਸਚਨ ਵੀ ਇਹਦੇ 'ਚੋਂ ਲੈ ਕੇ ਆਵਾਂਗੇ। 100 ਦੇ ਕਰੀਬ ਜਿਹੜੇ ਸਿੰਧ ਘਾਟੀ ਸੱਭਿਅਤਾ ਦੇ ਵਿੱਚ ਕੁਐਸਚਨ ਕਵਰ ਕੀਤੇ।